ਜਿੰਨੇ ਵੀ ਸੂਏ ਸੂ ਜਾਵੇ ਆਪਣੀ ਸ਼ਕਲ ਨਹੀਂ ਵਿਗਾੜਦੀ ਸੀ। ਰਾਵੀ ਦੀ ਮੱਝ ਵੱਡੇ ਕਰਦੀ ਹੈ, ਉਹਦਾ ਹੁਜਮ ਵੱਡਾ ਹੈ, ਬਾਡੀ ਵੱਡੀ ਹੈ, ਉਹ ਦੁੱਧ ਵੀ ਜ਼ਿਆਦਾ ਦਿੰਦੀ ਹੈ, ਉਹਦਾ ਪੇਟ ਜੂ ਵੱਡਾ ਹੈ, ਪੱਠੇ ਫਿਰ ਤੋੜੇ ਪੈਣਗੇ, ਫਿਰ ਅੱਜ ਕੇ ਉਹ ਪਕੌੜੀ ਕਰੇ, ਚੱਡਾ ਤੋੜ ਗਈ, ਵੱਖੀਆਂ ਲਮਕਾ ਗਈ, ਪੇਟ ਲਮਕਾ ਗਈ, ਬਦਸੂਰਤ ਹੋ ਗਈ। ਪਿਓਰ ਬਰੀਡ ਅਗਰ ਕੋਈ ਹੈ, ਕੁੰਡੀ ਹੈ, ਸਿੰਧ ਕਾਂ ਬਹਿ ਕੇ ਉੱਡ ਜਾਵੇ, ਦੂਸਰਾ ਬਹਿ ਜਾਵੇ, ਆਪਾਂ ਕਹਿੰਦੇ ਉਹੀ ਆਇਆ, ਇਹ ਪਿਓਰ ਨਹੀਂ ਹੈ, ਇਹ ਮਿਕਸ ਹੈ, ਨੀਲੀ ਰਾਵੀ ਹੈ। ਦੋ ਹੀ ਗੱਲਾਂ ਨੇ, ਮੱਝ ਬਣਦੀ ਹੈ, ਤਰਦੀ ਰਵੇ ਤੇ ਚਰਦੀ ਰਵੇ। ਚੱਡਾ ਇਸ ਤਰ੍ਹਾਂ ਹੋਵੇ, ਲੰਬਾਈ ਇੰਨੀ ਹੋਵੇ, ਥਣ ਲੰਮਾ, ਪੈਰ ਥੱਲੇ ਆ ਜਾਂਦਾ ਹੈ। ਖੁੱਡਾ ਮੱਝ ਦਾ ਖੁੱਲਾ ਹੋਵੇ, ਜਿੰਦਾ ਖੁੱਡਾ ਤੰਗ ਜ਼ੋਰ ਲੱਗੇਗਾ ਬਹੁਤ ਜ਼ਿਆਦਾ। ਉਹ ਕੰਨ ਮੱਝ ਦਾ ਭਾਰਾ ਹੋਵੇ, ਕੰਨਾਂ ਨਾਲ ਮੱਝ ਜਿਹੜੀ ਮੱਖੀਆਂ ਉਡਾਉਂਦੀ ਹੈ। ਪੁਸ਼ਲ ਮੱਝ ਦੀ ਪਤਲੀ ਹੋਵੇ, ਬਰੀਕ ਹੋਵੇ, ਵਿੱਚ ਹੱਡੀ ਨਾ ਹੋਵੇ। ਜਿਹੜਾ ਇਲਾਕਾ ਹੈ ਹੈਡ ਸਲਾਮ ਤੋਂ ਲੈ ਕੇ ਸੁਲੇਮਾਨਕੀ ਤੱਕ ਸਾਰਾ ਹੀ ਨੀਲੀ ਮੱਝ ਦੇ ਹਵਾਲੇ ਨਾਲ ਬਹੁਤ ਫੇਮਸ ਹੈ। ਸਾਰੀ ਦੁਨੀਆ 'ਚ ਵੀ, ਇੰਡੀਆ 'ਚ ਵੀ, ਪਾਕਿਸਤਾਨ 'ਚ ਵੀ। ਤੁਹਾਡੇ ਮੁਤਾਬਕ ਮੈਂ ਸਾਰੀਆਂ ਮੱਝਾਂ ਵੇਖੀਆਂ ਨੇ, ਜਿਹੜੀ ਮੇਰੀ ਨਾਕਸ ਪਹਿਚਾਣ ਹੈ ਉਹਦੇ ਮੁਤਾਬਕ ਤੇ ਮੈਨੂੰ ਬੜੀ ਹੱਦ ਤੱਕ ਇਹ ਨੀਲੀ ਦੀਆਂ ਮੱਝਾਂ ਲੱਗੀਆਂ ਨੇ। ਨੀਲੀ ਦੀ ਮੱਝ ਦਾ ਅਸਲ ਇਲਾਕਾ ਕੀ ਹੈ? ਨੀਲੀ ਦੀ ਮੱਝ ਬਾਰੇ ਤੁਸੀਂ ਕੀ ਜਾਣਦੇ ਹੋ? ਤੁਹਾਡਾ ਕੀ ਤਜਰਬਾ ਇਹਦੇ ਬਾਰੇ? ਨਾਦਰ ਸਾਹਿਬ, ਨੀਲੀ ਬਰੀਡ ਜਿਹੜੀ ਹੈ ਨਾ, ਇਹ ਦਰਿਆ ਸਤਲੁਜ ਦੀ ਬਰੀਡ ਹੈ, ਪੁਰਾਣੀ ਬਰੀਡ ਹੈ। ਇਹਦਾ ਕੱਦ ਛੋਟਾ ਹੁੰਦਾ ਸੀ, ਇਹ 5 ਕਲਿਆਣ ਹੁੰਦੀ ਸੀ, ਮਿੱਠੀ ਹੁੰਦੀ ਸੀ, ਛੋਟੀ ਹੁੰਦੀ ਸੀ ਨਾ, ਰਾਜੀ ਵੀ ਜਲਦੀ ਜਾਂਦੀ ਸੀ, ਮਿੱਠੀ ਹੁੰਦੀ ਸੀ। 5 ਕਲਿਆਣ ਨੂੰ ਜ਼ਰਾ 5 ਕਲਿਆਣ, 4 ਪੈਰ ਬੱਗੇ ਤੇ ਮੱਥਾ ਬੱਲਾ। ਇਹ ਪੁਰਾਣੀ ਸੀ ਨੀਲੀ ਦੀ ਜੀ, ਮਿੱਠੀ ਹੁੰਦੀ ਸੀ। ਸਹੀ ਹੈ। ਫਿਰ ਇਹਦੀ ਖੂਬੀ ਸੀ ਵੀ ਇਹ ਜਿੰਨੇ ਵੀ ਸੂਏ ਸੂ ਜਾਵੇ ਆਪਣੀ ਸ਼ਕਲ ਨਹੀਂ ਵਿਗਾੜਦੀ ਸੀ। ਸਿੰਘ ਆਪਣਾ ਨਾ, ਜਿਸ ਤਰ੍ਹਾਂ ਮੰਜੀ ਦਾ ਦਾਣ ਕੱਢ ਲਈ ਆਪਾਂ ਤੇ ਮੰਜੀ ਟਿੱਚ ਵਜਗੀ ਬਣ ਜਾਂਦੀ ਹੈ, ਏਦਾਂ ਨਹੀਂ ਬਣਦੀ ਸੀ। ਇਹ ਫਿੱਟ ਰਹਿੰਦੀ ਸੀ, ਆਪਣੇ ਨਾਂ ਕੀ ਹੈ, ਟੈਟ, ਸ਼ਕਲ ਦਰੁਸਤ ਰੱਖਦੀ ਸੀ ਆਪਣੀ। ਰਾਵੀ ਦੀ ਮੱਝ ਵੱਡੇ ਕਰਦੀ ਹੈ, ਉਹਦਾ ਹੁਜਮ ਵੱਡਾ ਹੈ, ਬਾਡੀ ਵੱਡੀ ਹੈ, ਉਹ ਦੁੱਧ ਵੀ ਜ਼ਿਆਦਾ ਦਿੰਦੀ ਹੈ। ਠੀਕ ਹੈ। ਉਹਨੂੰ ਲੋਕ ਕੌੜੀ ਵੀ ਆਂਦੇ ਨੇ, ਕੌੜੀ ਹੁੰਦੀ ਆ। ਉਹ ਕੌੜੀ ਤਾਂ ਆਉਂਦੀ ਵੀ ਰੱਜ ਕੇ ਮਿਲਦੀ ਹੈ। ਉਹਦਾ ਪੇਟ ਜੂ ਵੱਡਾ ਹੈ ਤੇ ਪੱਠੇ ਫਿਰ ਤੋੜੇ ਪੈਣਗੇ, ਫਿਰ ਰੱਜ ਕੇ ਉਹ ਕੌੜੀ ਕਰੇਗੀ, ਹੋਰ ਹੀ ਕਰੇਗੀ, ਹੈ ਜੀ। ਉਹ ਹੁੰਦਾ ਇਹ ਨੁਕਸੀ ਵੀ ਉਹ ਸਿੰਘ ਖੋਲ ਗਈ, ਚੱਡਾ ਤੋੜ ਗਈ, ਵੱਖੀਆਂ ਲਮਕਾ ਗਈ, ਪੇਟ ਲਮਕਾ ਗਈ, ਬਦਸੂਰਤ ਹੋ ਗਈ। ਫਿਰ ਉਹ ਉੱਥੇ ਸੀ। ਇਹ ਫਿਰ ਮਿਕਸ ਕੀਤੀ ਇਹਨਾਂ ਬੰਦਿਆਂ ਨੇ, ਮਕਾਮੀਆਂ ਨੇ, ਵੀ ਆਪਾਂ ਇਹਨੂੰ ਮਿਕਸ ਕਰੀਏ। ਉਹ ਰਾਵੀ ਵਾਲੇ ਨੇ ਕਿਹਾ ਵੀ ਆਪਾਂ ਨੀਲੀ ਦਾ ਸੰਡਾ ਲਿਆਈਏ, ਵੀ ਇਹ ਸ਼ਕਲ ਨਾ ਖਰਾਬ ਹੋਵੇ ਤੇ ਕੌੜੀ ਨਾ ਹੋਵੇ। ਇਹਨਾਂ ਕਿਹਾ ਵੀ ਸੰਡਾ ਆਪਾਂ ਰਾਵੀ ਦਾ ਲਿਆਈਏ, ਵੀ ਕੱਦ ਵੱਡਾ ਮਾੜਾ ਜਿਹਾ ਹੋ ਜਾਵੇ ਮੱਝ ਦਾ। ਮੇਰੇ ਖਿਆਲ ਇਹ ਠੀਕ ਹੋਇਆ, ਉਹ ਸੱਚਾ ਰਲ ਗਿਆ। ਠੀਕ ਹੋਇਆ ਹੈ। ਮਤਲਬ ਅਮੀਰ ਅਹਿਮਦ ਕਾਲਾ ਬਾਗ ਸਨ, ਗਵਰਨਰ ਪੰਜਾਬ ਮਗਰਬੀ ਪਾਕਿ, ਉਹਨਾਂ ਫਿਰ ਆਖਿਆ ਜੀ ਮੈਂ ਲਾਈਫ ਸਟਾਕ ਨੂੰ ਤੁਸੀਂ ਜਨਾਬ ਨੀਲੀ ਅਲਾਦਾ ਕਰੋ ਤੇ ਰਾਵੀ ਅਲਾਦਾ ਕਰੋ। ਉਹਨਾਂ ਕਿਹਾ ਜਨਾਬ ਅਸੀਂ ਨਹੀਂ ਕਰ ਸਕਦੇ, ਇਹਦਾ ਮਿਕਸਅਪ ਹੋ ਗਿਆ, ਬਹੁਤ ਅਰਸਾ ਹੋ ਗਿਆ। ਸਹੀ ਹੈ। ਫਿਰ ਉਹਨਾਂ ਆਪਣੇ ਕਲਮ ਨਾਲ ਨਾਂ ਦਿੱਤਾ ਨੀਲੀ ਰਾਵੀ। ਇਹ ਨੀਲੀ ਰਾਵੀ, ਇਹ ਮੱਝਾਂ ਜਿਹੜੀਆਂ ਹੁਣ ਸਾਰੀ, ਮੈਂ ਅਗਰ ਤੁਹਾਨੂੰ ਕਹਾਂ ਨਾ ਵੀ ਨੀਲੀ ਹੈ ਪਿਓਰ, ਤੇ ਮੈਂ ਤੁਹਾਨੂੰ ਗਲਤ ਬਿਆਨੀ ਕਰ ਰਿਹਾ। ਨੀਲੀ ਕੋਈ ਨਹੀਂ ਇੱਥੇ, ਇਹ ਮਿਕਸ ਹੈ। ਇਹ ਸਾਰੀ ਜਿਹੜੀ ਹੈ ਨਾ ਮਿਕਸ ਹੈ, ਨੀਲੀ ਰਾਵੀ ਮਿਕਸ ਹੈ। ਪਿਓਰ ਬਰੀਡ ਅਗਰ ਕੋਈ ਹੈ, ਉਹ ਕੁੰਡੀ ਹੈ, ਸਿੰਧ। ਉਹ ਤੁਸੀਂ ਵੇਖ ਲਓ, ਜਾ ਕੇ ਵੇਖੋ, ਉਹਨਾਂ ਸਾਰੀਆਂ ਮੱਝਾਂ ਦੀ ਸ਼ਕਲਾਂ ਇੱਕ ਹੀ ਹੋਣਗੀਆਂ। ਕੁੰਡੀ ਨਸਲ ਜਿਹੜੀ, ਜਿੱਦਾਂ ਚਿੜੀਆਂ ਇੱਕੋ ਨਸਲ ਦੀਆਂ ਨਾ ਸ਼ਕਲ ਦੀਆਂ, ਆ ਕਾਂ ਇੱਕੋ ਸ਼ਕਲ ਦੇ ਨੇ। ਵੇਖੇ ਜੀ ਕਾਂ ਇੱਕੋ ਸ਼ਕਲ ਇਹਨਾਂ ਦੀ, ਬਿਲਕੁਲ। ਇੱਥੇ ਕਾਂ ਬਹਿ ਕੇ ਉੱਡ ਜਾਵੇ, ਦੂਸਰਾ ਬਹਿ ਜਾਵੇ, ਆਪਾਂ ਕਹਿੰਦੇ ਉਹੀ ਆਇਆ, ਉਹ ਪਿਓਰ ਨੇ। ਆਪਣੀ ਨੀਲੀ ਰਾਵੀ ਦੀ ਮੱਝ ਵੇਖ ਲਓ ਨਾਦਰ ਸਾਹਿਬ, ਇਹਨਾਂ ਦੀ ਸ਼ਕਲਾਂ ਮੁਖਤਲਿਫ ਨੇ, ਕੋਈ ਕਿਸ ਤਰ੍ਹਾਂ ਸ਼ਕਲ ਦੀ, ਕੋਈ ਕਿਸ ਤਰ੍ਹਾਂ ਸ਼ਕਲ ਦੀ। ਇਹ ਪਿਓਰ ਨਹੀਂ ਹਨ, ਇਹ ਪਿਓਰ ਨਹੀਂ ਹਨ, ਇਹ ਮਿਕਸ ਹੈ ਨੀਲੀ ਰਾਵੀ ਇਹਨੂੰ। ਠੀਕ ਹੈ। ਉਹ ਜਿਹੜੀ ਕੁੰਡੀ ਜਿਹੜੀ ਹੈ ਉਹ ਪਿਓਰ ਹੈ। ਸਹੀ ਹੈ। ਜਾਂ ਇੰਡੀਆ ਦੀ ਮਰਰਾ ਜਿਹੜੀ ਹੈ, ਉਹ ਉਹਨਾਂ ਦੀ ਪਿਓਰ ਨਾਲ ਬਰੀਡ ਬਣਾ ਲਈ, ਆਪਣੀ ਕਰ ਲਈ ਹੈ। ਉਹ ਵੀ ਸੇਮ ਤਕਰੀਬਨ, ਉਹ ਵੀ ਸ਼ਕਲਾਂ ਦੀ ਸੇਮ ਹੈ। ਇਹ ਨੀਲੀ ਦਾ ਵੀ ਹੈ, ਪਰ ਮੈਂ ਸਮਝਣਾ ਵੀ ਇਹ ਠੀਕ ਹੀ ਹੋਇਆ। ਕਾਦੀ ਉਹ ਵੱਡਾ ਕਰ ਗਈ ਹੈ, ਦੁੱਧ ਵੀ ਜ਼ਿਆਦਾ ਕਰ ਗਈ ਹੈ, ਮਿੱਠੀ ਹੋ ਗਈ, ਔਰ ਨੀਲੀ ਦਾ ਵੀ ਵਾਲੀਆਂ ਆਪਸ ਵਿੱਚ ਖੂਸੀਅਤ ਮਿਲ ਗਈਆਂ ਨੇ। ਠੀਕ ਹੀ ਹੋਇਆ, ਅੱਛਾ ਹੀ ਹੋਇਆ। ਪਰ ਤੇ ਮੱਝ ਜਿਹੜੀ ਹੈ ਠੀਕ ਜਾਨਵਰ ਹੈ, ਲੇਕਿਨ ਇਹ ਇਲਾਕਾ ਜਿਹੜਾ ਰੌਲਾਬਾਦ ਹੈ, ਮੱਝ ਦਾ ਇਲਾਕਾ ਨਹੀਂ ਹੈ। ਇਹ ਇਲਾਕਾ ਹੈ ਚੋਲਿਸਤਾਨ ਦਾ ਇਲਾਕਾ। ਇੱਥੇ ਦਰਿਆ ਨਹੀਂ ਵਗਿਆ, ਕਦੇ ਵੀ ਨਹੀਂ ਵਗਿਆ। ਠੀਕ ਹੈ। ਤਾਂ ਇੱਥੇ ਉਹ ਜੜੀ ਬੂਟੀ ਨਹੀਂ ਹੁੰਦੀ ਜਿਹੜੀ ਮੱਝ ਖਾਵੇ ਤੇ ਇਹਦੀ ਬਾਦ ਖਤਮ ਹੋਵੇ। ਇਨਫੈਕਸ਼ਨ ਜਿਹੜਾ ਬਾਦ ਕਹਿੰਦੇ ਨੇ, ਜ਼ਹਿਰ ਬਾਦ ਇਨਫੈਕਸ਼ਨ ਨੂੰ, ਅੰਦਰ ਰੇਸ਼ੇ ਨੂੰ ਜਾਂ ਇਨਫੈਕਸ਼ਨ ਨੂੰ, ਤੇ ਨਾ ਇੱਥੇ ਮੱਝ ਖੁਸ਼ ਹੁੰਦੀ ਹੈ। ਠੀਕ ਹੈ। ਇੱਥੇ ਉਹਨੂੰ ਮਤਲਬ ਮਾਹੌਲ ਹੀ ਨਹੀਂ ਮਿਲਦਾ, ਖੁਸ਼ ਨਹੀਂ ਹੁੰਦੀ, ਉਹਨੂੰ ਖੁਸ਼ੀ ਮਿਲਦੀ। ਮੁਸਲਸਲ ਜਿਹੜੀ ਉਦਾਸੀ ਹੈ, ਉਹ ਮੱਝ ਦੀਆਂ ਸਲਾਈਤਾਂ ਖਤਮ ਕਰ ਦਿੰਦੀ, ਦੁੱਧ ਵੱਲੋਂ ਘਟ ਜਾਏਗੀ, ਹੋਰ ਮਸਲਾ ਬਣ ਜਾਏਗਾ, ਥਣ ਮਰ ਜਾਂਦਾ। ਇਹ ਗਾਂ ਦਾ ਇਲਾਕਾ, ਡਾਚੀ ਦਾ ਇਲਾਕਾ ਹੈ, ਬੱਕਰੀ ਦਾ ਇਲਾਕਾ ਹੈ। ਇਹ ਦਰਿਆ ਦਾ ਜਾਨਵਰ ਹੈ। ਉੱਥੇ ਤਰਦੀ ਰਵੇ ਮੱਝ ਤੇ ਚਰਦੀ ਰਵੇ, ਦੋ ਹੀ ਗੱਲਾਂ ਨੇ। ਮੱਝ ਬਣਦੀ ਹੈ ਤਰਦੀ ਰਵੇ ਤੇ ਚਰਦੀ ਰਵੇ, ਪਾਣੀ ਤਰਦੀ ਰਵੇ ਤੇ ਚਰਦੀ ਰਵੇ, ਬਸ ਮੱਝ ਚੰਗੀ ਬਣ ਜਾਏਗੀ। ਇੱਥੇ ਮੈਂ ਬੜਾ ਸ਼ੌਕ ਕੀਤਾ, ਮੇਰੇ ਵਾਲਾ ਸਾਹਿਬ ਨੂੰ ਸ਼ੌਕ ਸੀ ਬੜਾ, ਅਸੀਂ ਕਰਦੇ ਰਹੇ ਮੁਕਾਬਲੇ ਸ਼ਕਾਬਲੇ ਜੀ, ਲੇਕਿਨ ਮੈਂ ਬਹੁਤ ਕੀਤਾ ਹੈ, ਬੜਾ ਖੱਪਿਆ। ਮੇਰਾ ਟੋਭਾ ਜਾ ਕੇ ਵੇਖ ਲਓ, ਵੱਡਾ ਹੈ, 1.5 ਕਿੱਲੇ ਦਾ, 12-13 ਫੁੱਟ ਡੂੰਘਾ ਹੈ, ਉੱਚੇ ਮੋਗੇ ਦਾ ਪਾਣੀ ਪੈਂਦਾ, ਅੱਗੋਂ ਨਿਕਲਦਾ ਹੈ। ਉਹ ਪਾਣੀ ਵੀ ਚੰਗੇ ਨਹੀਂ ਰਹੇਗਾ, ਦਰਿਆਵਾਂ ਦੇ ਗੰਦਾ ਪਾਣੀ ਹੈ। ਤੇ ਲੇਕਿਨ ਇਹ ਮੱਝ ਖੁਸ਼ ਨਹੀਂ ਇੱਥੇ ਮੇਰੇ ਕੋਲ, ਖੁਸ਼ ਨਹੀਂ। ਮੇਰੇ ਕੋਲ ਮੱਝਾਂ ਲੋਕ ਲੈ ਗਏ ਨੇ, ਵੇਚੀਆਂ ਨੇ ਮੈਂ, ਉਹ ਜਿੱਥੇ ਗਈਆਂ ਨੇ ਆਪਣੇ ਇਲਾਕੇ 'ਚ ਤਾਂ ਖੁਸ਼ ਹੋਈਆਂ, ਉਹਨਾਂ ਨੂੰ ਅੱਛਾ ਰਿਜ਼ਲਟ, ਗਿਲਾ ਨਹੀਂ ਮੈਨੂੰ ਆਇਆ, ਸ਼ਿਕਾਇਤ ਨਹੀਂ ਆਈ ਵੀ ਤੇਰੀ ਮੱਝ ਗੰਦੀ ਸੀ ਜਾਂ ਦੁੱਧ ਨਹੀਂ ਦਿੱਤਾ ਜਾਂ ਇਹ ਨਹੀਂ ਕੀਤਾ। ਉਹ ਵਧੀਆ ਨੇ, ਬਿਹਤਰੀ ਆਈ ਉਹਨਾਂ 'ਚ। ਉਹ ਇਲਾਕਾ ਇਸ ਤਰ੍ਹਾਂ ਹੈ। ਕਿਹੜਾ ਇਲਾਕਾ ਇਸ ਟਾਈਮ ਤੁਹਾਡੇ ਕਾਗਜ਼ਾਂ 'ਚ ਤੁਸੀਂ ਕਿਹੜਾ ਸਮਝਦੇ ਹੋ ਕਿ ਫਲਾਣੇ ਜਿਹੜੇ ਸ਼ਹਿਰ ਨੇ ਨਾ, ਉਹ ਨੀਲੀ ਰਾਵੀ ਉੱਥੇ ਮੱਝ ਹੋਰ ਵੀ ਕੋਈ ਹੈ ਤੇ ਬੜੀ ਅੱਛੀ ਹੈ, ਚਰਦੀ ਵੀ ਹੈ ਪਈ ਤੇ ਧਰਦੀ ਵੀ ਹੈ ਪਈ? ਦਰਿਆ ਤਰਨ ਵਾਲੀ ਗੱਲ ਤਾਂ ਨਾ ਰਾਵੀ 'ਚ ਰਹਿ ਗਈ,
ਤੇ ਨਾ ਉੱਥੇ ਸਤਲੁਜ ਰਹਿ ਗਈ, ਪਾਣੀ ਕੋ ਨਹੀਂ। ਥੋੜੇ ਥੋੜੇ ਪੂੰਗੇ ਪਾਣੀ ਆ ਨਾ, ਉਹ ਮਤਲਬ ਕਿ ਜੰਗਲਾਤ ਹੁੰਦੇ ਸਨ, ਕੁੰਡਾਂ ਸਨ ਹੁੰਦੀਆਂ, ਮੱਝਾਂ ਚਰਦੀਆਂ ਸਨ ਕੁੰਡਾਂ ਤੇ, ਲੋਕ ਸਤੰਬਰ ਅਕਤੂਬਰ ਚ ਬੀਜਦੇ ਸਨ ਚਲਾਣਾ ਤੇ ਮਿੱਸੇ ਤੇ ਮਾਲ ਚਰਦਾ ਸੀ, ਤਲ ਛਲ ਮਾਰਦੇ ਸਨ ਮੱਝਾਂ ਮਰ। ਹੁਣ ਮਤਲਬ ਇਹ ਲੋਕ ਬੰਨ ਕੇ ਬੈਠੇ ਨੇ, ਪੱਠੇ ਪੁੱਠੇ ਵੀ ਆਪਣੇ ਪਾਉਂਦੇ ਨੇ, ਕਰਦੇ ਨੇ। ਆ ਜਿਹੜਾ ਸੀ ਨਾ ਭਾਵਨਗਰ ਦਾ ਇਲਾਕਾ, ਇਹ ਡਿਸਟ੍ਰਿਕਟ ਭਾਵਨਗਰ ਜਿਹੜਾ ਹੈੱਡਕੁਆਟਰ ਹੈ, ਇਹਦਾ ਜਿਹੜਾ ਡਾਇਮੀਟਰ ਬਣਾਓ ਨਾ 25-25 ਕਿਲੋਮੀਟਰ ਦਾ, 25-25 ਕਿਲੋਮੀਟਰ ਦਾ। ਇੱਥੇ ਮੱਝ ਬੜੀ ਸੀ, ਇੱਥੇ ਬੜੀ ਮੱਝ ਸੀ ਬਾਬਲ ਨਗਰ। ਹਾਏ 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 ਹਾਏ, ਇਹ ਇਲਾਕਾ ਇਹ ਮਤਲਬ 25 ਮੀਟਰ ਪਰਾਂ ਜਿਹੜੇ ਕੋਲ ਪਾਕਪਤਨ ਨਾਲ ਲੱਗ ਗਿਆ ਨਾ, 25 ਮੀਟਰ ਪਰਾਂ ਜਾਓ ਨਾ ਭਾਵਨਗਰ, ਪਾਕਪਤਨ ਵੀ ਆ ਗਿਆ ਨਾ ਵਿੱਚ ਇਹਦੇ, ਪਾਕਪਤਨ, ਕਬੂਲਾ, ਇਹ ਸਾਰਾ ਵਿੱਚ ਭਾਵਨਗਰ, ਮਿੰਚਨਾਬਾਦ, ਇਹ 25-30 ਮੀਟਰ ਜਿਹੜਾ ਡਾਇਮੀਟਰ ਸੀ ਨਾ ਜਿਹੜਾ, ਇੱਥੇ ਬੜੀ ਬੜੀ ਮੱਝ ਸੀ, ਬੜੀ ਬੜੀ ਮੱਝ ਸੀ। ਮੰਚਨਾਬਾਦ ਦਾ ਤਾਂ ਬੜਾ ਮਸ਼ਹੂਰ ਹੈ। ਮੰਚਨਾਬਾਦ ਥੋੜਾ ਪਰਾਂ ਉੱਤੇ ਪੈਂਦਾ ਹੈ, ਉਹ ਇਲਾਕੇ ਦੀ ਮੱਝ ਨਾ ਸੁਲੇਮਾਨ ਕੀ ਦੀ, ਉਹ ਬਰੀਕ ਜ਼ਿਆਦਾ ਹੈ, ਬਹੁਤ ਬਰੀਕ, ਹੱਡੀ ਬਰੀਕ ਹੈ ਮੱਝ ਦੀ। ਜਿਵੇਂ ਤੇਰਾ ਪਾਣੀ ਆਉਂਦਾ ਨਾ, ਇਵੇਂ ਤੇਰਾ ਮੱਝ, ਜਿਵੇਂ ਪਾਣੀ ਆਉਂਦਾ ਹੈਗਾ ਲੁੱਡਣ ਨੂੰ, ਇਸ ਤਰ੍ਹਾਂ ਇਵੇਂ ਮੱਝ ਵੀ ਮੋਟੀ ਹੁੰਦੀ ਜਾਂਦੀ, ਸ਼ਕਲ ਮੋਟੀ ਕਰਦੀ ਜਾਂਦੀ। ਇਹ ਜਿਹੜਾ ਸੀ ਨਾ ਪੁਆਇੰਟ, ਜਿਹੜਾ ਭਾਵਨਗਰ ਵਾਲਾ ਪੁਆਇੰਟ ਹੈ, 0 ਪੁਆਇੰਟ, ਜਿਵੇਂ ਮਰੀਕ ਹੈ ਨਾ 0 ਪੁਆਇੰਟ, ਇਹ 0 ਪੁਆਇੰਟ ਸੀ। ਇੱਥੇ ਮੱਝ ਨਾਜ਼ਲ ਹੁੰਦੀ ਸੀ, ਇੱਥੇ ਬੜੀ ਬੜੀ ਮੱਝ ਸੀ। ਮੇਰੀ ਉਮਰ 65 ਸਾਲ ਹੋ ਗਈ, ਮੈਂ ਮੱਝਾਂ ਵੇਖੀਆਂ ਨੇ ਇੱਥੇ। ਸਾਰੇ ਸ਼ੌਕੀਨ, ਬੜੇ ਬੜੇ ਸ਼ੌਕੀਨ ਆ ਇੱਥੇ। ਉਤਿਆਣੇ ਸਬਾਨ, ਮਖਦੂਮ ਸਬਾਨ, ਸਰਗਾਣੇ ਸਬਾਨ, ਟੁੱਡੀ ਸਬਾਨ, ਇਹ ਸਾਡੇ ਲਾਲੇ ਕੇ ਸਬਾਨ, ਬਾਬੇ ਚਿਸ਼ਤੀ, ਬਾਬਾ ਫਰੀਦ ਦੀ ਔਲਾਦ ਜਿਹੜੀ ਬੈਠੀ, ਇਹ ਕੋਮ ਸਬਾਨ, ਖੋਖਰ ਸਬਾਨ, ਬੜੀ ਬੜੀ ਮੱਝ ਸੀ ਇੱਥੇ। ਚੌਨਾ ਦੱਸਾਂ, ਬੜੀ ਬੜੀ ਮੱਝ ਨਾਜ਼ਲ ਹੁੰਦੀ ਸੀ ਮੱਝ ਇੱਥੇ। ਫਿਰ ਮੱਝ ਗੱਲ ਇਹ ਵੀ ਮਤਲਬ ਜਿਵੇਂ ਹੁਣ ਮਹਿੰਗਾਈ ਆਈ ਹੈ ਤੇ ਨਫਸਾ ਨਫਸੀ ਤੇ ਬੇਸਬਰੀ ਹੋਈ ਹੈ, ਤੇ ਆ ਇਲੈਕਟ੍ਰੋਨਿਕਸ ਜਿਹੜਾ ਆਇਆ ਨਾ ਸਮਾਨ, ਫਰਿੱਜ, ਏਸੀ, ਬਿਜਲੀ ਦਾ ਸਮਾਨ, ਸਾਰਾ ਸਮਾਨ, ਮਸ਼ੀਨਰੀ ਹੈ, ਟਰੈਕਟਰ ਹੈ, ਟਾਇਰ ਹੈ, ਇਹ ਹੈ, ਟਿਊਬਵੈਲ ਹੈ, ਸਾਰਾ ਕੁਝ ਆ ਗਿਆ। ਤੇ ਹੁਣ ਇਹ ਪੈਸੇ ਵੀ ਉਹਨਾਂ ਨੂੰ ਚਲਾਉਣ ਵਾਸਤੇ ਪੈਸਾ ਵੀ ਚਾਹੀਦਾ ਹੈ ਨਾ ਜੀ। ਬਿਲਕੁਲ ਜੀ, ਮੁਫਤ ਨਹੀਂ ਚੱਲ ਜਾਂਦੇ ਨਾ ਜੀ ਇਹ। ਹੁਣ ਮਤਲਬ ਇੱਕ ਚੰਗੀ ਮੱਝ ਕਿਸੇ ਕੋਲ ਖੜੀ ਹੈ ਤੇ ਉਹ ਟਰੈਕਟਰ ਦੇ ਟਾਇਰ ਕੋ ਨਹੀਂ, ਜਾਂ ਟਰੈਕਟਰ ਦੇ ਇੰਜਣ ਜਨਾਬ ਫੇਲ ਹੋ ਗਿਆ, ਜਾਂ ਬੱਚੇ ਦੀ ਤਲੀਮ ਆਈ ਖੜੀ ਹੈ, ਫੀਸ ਭਰਨੀ ਹੈ, ਕੋਈ ਨਾ ਕੋਈ ਮੁਸੀਬਤ ਪਈ ਹੈ। ਅੱਗੇ ਜਿਹੜੇ ਬੰਦੇ ਸਨ ਉਹ ਐਸੇ ਮੁਲਾਜ਼ਮਾਤ ਹੈ ਹੀ ਨਹੀਂ, ਉਹ ਪੈਂਦੀ ਸੀ ਮੁਸੀਬਤ ਤੋਂ, ਅਸੀਂ ਕਰਕੇ ਮੁਸੀਬਤ ਨੂੰ ਕੱਢ ਦਿੰਦੇ ਸੀਗੇ। ਹੁਣ ਮੁਸੀਬਤ ਜਿਹੜੀ ਵੜ ਜਾਂਦੀ ਆ ਹੈ ਜੀ। ਹੁਣ ਫਿਰ ਵੇਚੋ ਜੀ, ਵੇਚੋ ਜੀ, ਵੇਚੋ ਜੀ। ਹੁਣ ਜਿਹੜਾ ਲੈਣ ਵਾਲਾ ਉਹ ਚੰਗੀ ਮੱਝ ਲਿਜਾਂਦਾ, ਉਹ ਮੱਝ ਚੰਗੀ ਲਿਜਾਂਦਾ, ਮਾੜੀ ਨਹੀਂ ਲਿਜਾਂਦਾ। ਉਹ ਅੱਗੇ ਬੰਦੇ ਚੰਗੀ ਮੱਝ ਦਿੰਦੇ ਨਹੀਂ ਸੀਗੇ। ਸਾਡਾ ਇਸ ਨੂੰ ਕੌਮੀ ਨਿਗੜਿਆਲ ਸੀ, ਮਤਲਬ ਕੌਮੀ ਨਿਗੜਿਆਲ, ਉਹਦਾ ਨਾਂ ਸੀ ਕੋਮ ਖਾਂ, ਕੌਮੀ ਬੁਰੇ ਵਾਲੇ ਦਾ। ਉਹਨਾਂ ਦੀ ਮੱਝਾਂ ਬੜੀਆਂ ਮਸ਼ਹੂਰ ਸਨ। ਉਹ ਆਪ ਸੀ, ਉਹਦਾ ਬੇਟਾ ਸਨ 3, 4, 5, ਉਹ ਵਿਚਾਰੇ ਬੁੱਢੇ ਹੋ ਗਏ, ਫੌਤ ਹੋ ਗਏ। ਉਹਦੀ ਧੀ ਵੀ ਬੁੱਢੀ ਹੋ ਗਈ, ਕੁਆਰੇ। ਉਹ ਮੱਝਾਂ ਦੇ ਮਗਰ ਲੱਗੇ ਰਹੇ, ਉਹਦੀ ਜ਼ਿੰਦਗੀ ਮੱਝ ਸੀ। ਸਾਡੇ ਚਾਚੇ ਹੋਰੇ ਮੱਝ ਲਿਆ ਸੀ ਉਹਨਾਂ ਕੋਲ ਸਨ 68 ਚ, ਹੋਏ 3000 ਦੀ। ਸਨ 78 ਚ ਫੌਤ ਹੋ ਗਏ ਮੇਰੇ ਚਾਚੇ ਮੀਆਂ ਸੈਦ ਅਹਿਮਦ ਸਾਹਿਬ, ਉਹ ਬੜੀ ਮਸ਼ਹੂਰ ਮੱਝ ਸੀ। ਤੇ ਉਹ ਕੌਮੀ ਖਾਂ, ਮੈਂ ਕਰਦਾ ਪਿਆ ਗੱਲ ਸ਼ੌਕ ਦੀ, ਉਹ ਕੌਮੀ ਖਾਂ ਜਿਹੜਾ ਸੀ, ਉਹਦੀ ਅੱਖਾਂ ਜਿਹੜੇ ਦੀ ਵੇਲੀਆਂ ਹੋ ਗਈਆਂ, ਅੱਖਾਂ ਦਵਾਨਾ ਹੋ ਗਿਆ, ਉਹ ਬੁੱਢਾ ਹੋ ਗਿਆ, ਅੱਖਾਂ ਦਵਾਨਾ ਹੋ ਗਿਆ। ਉਹਦੀ ਮੱਝ ਦਾ ਲੱਗ ਗਿਆ ਜਨਾਬ ਰੁਪਈਆ, ਕੋਈ ਲੱਖ ਲੱਗ ਗਿਆ ਉਸ ਜ਼ਮਾਨੇ 'ਚ। ਜਿਸ ਜ਼ਮਾਨੇ ਮੱਝ ਦਾ ਕੀਮਤ ਸੀਗੀ ਕੋਈ 40, 45 ਜਾਂ 35, ਚੰਗੀ ਮੱਝ ਦੀ, A ਕਲਾਸ A1 ਦੀ, 2 ਗੁਣਾ ਵੱਧ ਲੱਗ ਗਿਆ। ਉਹ ਵੱਧ ਗਿਆ, ਪੈਸੇ ਲੱਗ ਗਏ। ਉਹ ਕਿਸੇ ਨੇ ਕਿਹਾ ਯਾਰ ਬਾਬਾ ਕੌਮੀ ਇਸ ਤਰ੍ਹਾਂ ਕਰ, ਤੂੰ ਮੱਝ ਵੇਚ ਦੇ, ਅੱਖਾਂ ਬਣਵਾ ਲੈ, ਤੇ ਜਿਹੜਾ ਨਾ ਤੂੰ ਹੱਟੀਆਂ ਦੇ ਜਿਹੜੇ ਨਾ ਤੇਰੇ ਕਰਜ਼ੇ ਬਰਜ਼ੇ ਉਹ ਵੀ ਲਾ ਲੈ, ਹੱਥ ਖੁੱਲਾ ਕਰ ਲੈ ਤੂੰ। ਉਹਨਾਂ ਕਿਹਾ ਠੀਕ ਹੈ, ਅੱਖਾਂ ਮੈਂ ਮਰਵਾ ਲਾਂਗਾ, ਮੱਝ ਵੇਚ ਕੇ ਹੱਟੀਆਂ ਦੇ ਕਰਜ਼ੇ ਵੀ ਲਾ ਲਾਂਗਾ ਮੈਂ। ਪਰ ਪਿਛਲੇ ਮੈਂ ਘਰੇ ਆਇਆ, ਅੱਗੋਂ ਮੱਝ ਤਾਂ ਹੋਣੀ ਕੋ ਨਹੀਂ, ਤੇ ਮੈਂ ਅੱਖਾਂ ਬਣਵਾ ਕੇ ਠੁੱਠੂ ਵੇਖਣਾ ਹੈ। ਮੈਂ ਕੀ ਵੇਖਣਾ, ਠੁੱਠੂ ਵੇਖਣਾ ਅੱਖਾਂ ਬਣਵਾ ਕੇ? ਮੈਂ ਨਹੀਂ ਮੱਝ ਵੇਚਦਾ, ਮੈਂ ਕੀ ਵੇਖਾਂਗਾ? ਮੱਝ ਤਾਂ ਉੱਥੇ ਹੋਣੀ ਕੋ ਨਹੀਂ, ਮੈਂ ਠੁੱਠੂ ਵੇਖਣਾ ਉੱਥੇ? ਮੈਂ ਮੱਖਣ ਦਾ ਫਾਇਦਾ ਕੀ ਆਇਆ ਮੈਨੂੰ? ਮਤਲਬ ਇਹ ਤਾਂ ਮੱਝਾਂ ਬਣੀਆਂ। ਹੁਣ ਬੰਦਾ ਇਹ ਨਹੀਂ ਕਰ ਸਕਦਾ ਗੱਲ। ਹੁਣ ਤਾਂ ਮਤਲਬ ਇਤਨੀਆਂ ਜ਼ਰੂਰੀਆਤ ਨੂੰ ਪੱਟੀ ਖਾਈਆਂ ਬੰਦਾ, ਯਾਰ ਵੇਚੋ ਯਾਰ, ਮਤਲਬ ਇਹਨੂੰ ਪਰਾਂ ਜਾਣ, ਚਲੋ ਕਿਆ ਹੋ ਜੇ। 100 ਮੁਸੀਬਤਾਂ ਪਈਆਂ ਨੇ, ਕਿਸੇ ਨਾ ਕਿਸੇ ਦਾ ਹੱਲ। ਉਹ ਬੜਾਂਗ ਬੜਿਆ 100 ਪਤਾ ਨਹੀਂ ਕੀ ਹੋਇਆ ਯਾਰ, ਤੇ ਇਸ ਤਰ੍ਹਾਂ ਹੈ ਬਸ। ਮੈਂ ਮੀਆਂ ਸਭ ਕੱਟੀਆਂ ਵੇਖੀਆਂ ਨੇ ਤੁਹਾਡੀਆਂ, ਤਕਰੀਬਨ ਕੱਟੀਆਂ ਕੱਟੇ ਕੋਈ 20, 25, 30 ਐਸਾ। ਹਾਂ, ਉਹਨਾਂ ਦੇ ਵਿੱਚ ਮੈਂ ਇੱਕ ਚੀਜ਼ ਨਵਾਇਆ ਵੇਖੀਏ ਕਿ ਉਹ ਤਕਰੀਬਨ 95% ਸਾਰੇ ਅੱਖਾਂ ਸਫੇਦ ਬਿੱਲੀਆਂ ਦੇ ਨੇ। ਔਰ ਉਹਨਾਂ ਦੀ ਜਿਹੜੀ ਅਕਸਰ ਦੋਸਤ ਨੀਲੀ ਰਾਵੀ ਦੀ ਪਹਿਚਾਣ ਕੱਢ ਕੇ ਕਹਿੰਦੇ ਨੇ ਕਿ 3 ਹੱਡੀਆਂ ਨੇ ਤੇ ਉਹ ਰਾਵੀ ਏ, 1 ਹੱਡੀ ਆ ਗਈ ਏ ਤੇ ਉਹ ਨੀਲੀ ਏ। ਇਹਨੂੰ ਤੁਸੀਂ ਕਿਸ ਤਰ੍ਹਾਂ ਵੈਰੀਫਾਈ ਕਰਦੇ ਹੋ? ਕੀ ਇਹਦੇ ਬਾਰੇ ਕਹਿਣਾ ਚਾਹੋਗੇ? ਨਹੀਂ, ਪੁਆਇੰਟਸ ਤਾਂ ਕਰ ਰੱਖੇ ਹੋਏ ਮਹਿਕਮਾ ਲਾਈਫ ਸਟਾਕ ਨੇ, ਉਹਦੇ ਆਪਣੇ ਪੁਆਇੰਟਸ ਨੇ। ਮੱਝ ਦਾ ਮਿਆਰ ਜਿਹੜਾ ਕਾਇਮ ਕੀਤਾ ਹੈ ਨਾ, ਜਿਵੇਂ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਮਿਆਰ ਕਾਇਮ ਕੀਤਾ ਸੀ ਨਾ, ਬਈ ਉਹ ਜਿਹੜੇ ਮੁਸਲਮਾਨ ਹੋਏ ਤੇ ਅਮੀਰ ਬੰਦੇ ਜਿਹੜੇ ਸਨ ਨਾ, ਉਹ ਅੱਗੇ ਬੰਦੇ ਸਨ ਆ ਕੇ, ਜਿਹੜੇ ਸਨ ਜਿਹੜੇ ਗਰੀਬ ਗੁਲਾਮ ਉਹ ਮੁਸਲਮਾਨ ਹੋਏ ਪਿੱਛੇ ਬੰਦੇ ਸਨ ਜਾ ਕੇ। ਫਿਰ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਵੇਖਿਆ ਵੀ ਇਹ ਤਾਂ ਮੇਰਾ ਦੀਨ ਤਾਂ ਸਿਰਫ ਅਮੀਰਾਂ 'ਚ ਰਹਿ ਜਾਏਗਾ ਨਾ, ਤੇ ਇਹ ਜਿਹੜੇ ਗਰੀਬ ਨੇ ਵਿਚਾਰੇ, ਇਹ ਤਾਂ ਵਿਚਾਰੇ ਪਿੱਛੇ ਰਹਿ ਜਾਣਗੇ। ਫਿਰ ਉਹਨਾਂ ਇੱਕ ਮਿਆਰ ਕਾਇਮ ਕੀਤਾ ਵੀ ਤੁਹਾਡੇ ਜਿਹੜਾ ਬੰਦਾ ਬਾ ਕਿਰਦਾਰ, ਪਰਹੇਜ਼ਗਾਰ, ਤਕਵੇ ਵਾਲਾ ਹੈ ਨਾ, ਉਹ VVIP ਹੈ। ਉਹ ਹੈ ਅਸਲ VVIP, ਅੱਲਾ ਦੀ ਨਜ਼ਰ 'ਚ ਤੇ ਪਸੰਦੀਦਾ ਬੰਦਾ। ਫਿਰ ਮੁਕਾਬਲਾ ਸ਼ੁਰੂ ਹੋ ਗਿਆ।
ਤੁਸੀਂ ਕੋਈ ਸ਼ਰਾਬ ਪੀ ਰਹੇ ਜਾਂ ਤੁਸੀਂ VVIP ਬਣਨਾ, ਸ਼ਰਾਬ ਛੱਡਣੀ ਪਈ ਤੁਹਾਨੂੰ। ਮੈਂ ਇੱਕ ਬਦਕਾਰੀ ਕਰ ਰਿਹਾ, ਮੈਨੂੰ ਛੱਡਣੀ ਪਈ। ਇਹ ਭਾਈ ਇਹਦੀ ਕੋਈ ਮਾਲੀ ਮਾਮਲਾ ਜਿਹੜਾ ਦੇ ਦੂਸਰੀ ਨਹੀਂ, ਠੱਗੀ ਛੱਗੀ ਚਲਾਉਂਦੇ ਨੇ, ਇਹ ਵੀ ਛੱਡ ਗਏ ਕਿਉਂਕਿ VIP ਬਣਨਾ ਸੀ। ਮਿਆਰ ਕਾਇਮ ਹੋ ਗਿਆ ਨਾ, ਜੀ ਮੁਕਾਬਲਾ ਸ਼ੁਰੂ ਹੋ ਗਿਆ। ਫਿਰ ਵੇਖ ਲਓ ਕਿੱਥੇ ਮੁਆਸ਼ਰਾ ਗਿਆ, ਉਹ ਜਿਹੜਾ ਸੀ ਅਰਬ ਦੇ ਵਿੱਚ ਕਿੱਥੇ ਲੋਕ ਚਲੇ ਗਏ, ਬਿਲਕੁਲ ਕਿੱਥੇ ਚਲੇ ਗਏ ਹੈ। ਇੱਕ ਮਿਆਰ ਤਾਂ ਇਹਨਾਂ ਵੀ ਕਾਇਮ ਕੀਤਾ ਹੈ ਨਾ ਮਹਿਕਮਾ ਲਾਈਫ ਸਟਾਕ ਨੇ, ਮਾਝ ਦਾ ਸ਼ੱਕ ਇਸ ਤਰ੍ਹਾਂ ਹੋਵੇ, ਚੱਡਾ ਇਸ ਤਰ੍ਹਾਂ ਹੋਵੇ, ਲੰਬਾਈ ਇੰਨੀ ਹੋਵੇ, ਥਣ ਇੰਨਾ ਹੋਵੇ। ਹਰ ਗੱਲ ਦੀ ਹਿਕਮਤ ਹੈ ਨਾ। ਹੁਣ ਥਣ ਲੰਮਾ ਜਿਹੜਾ, ਥਣ ਲੰਮਾ ਪੈਰ ਥੱਲੇ ਆ ਜਾਂਦਾ, ਮੱਝ ਬੈਠੀ ਹੋਵੇ ਤਾਂ ਦੂਜੀ ਮੱਝ ਦਾ ਪੈਰ ਉੱਤੇ ਆਇਆ ਥਣ ਵੜੀ ਜਾਂਦਾ। ਉਹਦਾ ਇਹ ਛੋਟਾ ਹੋਵੇ, ਪੈਰ ਥੱਲੇ ਨਾ ਆਵੇ, ਸਹੀ ਹੈ ਮੁੱਠ 'ਚ ਆ ਜਾਵੇ ਚੋਵਣ ਲੱਗਿਆ। ਖੁੱਡਾ ਮੱਝ ਦਾ ਖੁੱਲਾ ਹੋਵੇ, ਖੁੱਲੇ ਮੱਝ ਵਾਲੇ ਖੁੱਡੇ ਵਾਲੀ ਮੱਝ ਜਿਹੜੀ ਸੌਖੀ ਸੂਪ ਹੋਵੇਗੀ, ਡਿਲੀਵਰੀ ਸੌਖੀ ਹੋ ਜਾਏਗੀ। ਜਿੰਦਾ ਖੁੱਡਾ ਤੰਗ ਹੈ ਉਹ ਨਾ ਕੀਏ, ਜ਼ੋਰ ਲੱਗੇਗਾ ਬਹੁਤ ਜ਼ਿਆਦਾ, ਉਹ ਤਾਂ ਐਕਸਪਾਇਰ ਹੋ ਜਾਏਗੀ, ਡਿਲੀਵਰੀ 'ਚ ਐਕਸਪਾਇਰ ਹੋ ਜਾਏਗੀ। ਉਹਦੀ ਇਹ ਹਿਕਮਤ ਹੈ। ਕੰਨ ਮੈਂ ਦਾ ਭਾਰਾ ਹੋਵੇ, ਕੰਨਾਂ ਨਾਲ ਮੱਝ ਜਿਹੜੀ ਮੱਖੀਆਂ ਉਡਾਉਂਦੀ ਹੈ, ਛੋਟੇ ਕੰਨ ਕਿੰਨੀਆਂ ਕੁ ਮੱਖੀਆਂ ਉਡਾ ਲੈਗੀ। ਪੁਛਲ ਮੱਝ ਦੀ ਪਤਲੀ ਹੋਵੇ, ਬਰੀਕ ਹੋਵੇ, ਵਿੱਚ ਹੱਡੀ ਨਾ ਹੋਵੇ, ਉਹਦੀ ਹਿਕਮਤ ਹੈ ਵੀ ਚੋਣ ਵਾਲੇ ਦੀ ਕੰਡ 'ਚ ਨਾ ਮਾਰੇ ਪੁਛਲ, ਹੈ ਜੀ ਹੱਡੀ 'ਚ ਵਿੱਚ ਹੋਵੇ ਤੇ ਚੋਣ ਵਾਲੇ ਦੀ ਖੁੱਤੀ 'ਚ ਮਾਰੇ ਰੱਖ ਕੇ ਤੇ ਬੰਦੇ ਨੂੰ ਤਾਂ ਸੁਰਤ ਪਾ ਜਾਏਗੀ ਨਾ। ਹੱਡੀ ਨਾ ਹੋਵੇ, ਉਹਦੀ ਹਿਕਮਤ ਇਹ ਤੇ ਇਹ ਹੈ, ਧੁਨੀ ਨਾ ਹੋਵੇ। ਬਾਕੀ ਚੱਡਾ ਚੰਗਾ ਸਾਲ ਤੱਕ ਲੱਗਿਆ ਹੋਵੇ, ਉਹ ਚੱਡਾ ਟੁੱਟਦਾ ਨਹੀਂ। ਤੇ ਇਹ ਗੱਲਾਂ ਸਨ ਮੋਟੀਆਂ ਮੋਟੀਆਂ। ਬਾਕੀ ਜਿਹੜੇ ਨੇ ਸ਼ੌਕ ਨੇ, ਬਾਕੀ ਸਾਰੇ ਨਜ਼ਰ ਸਾਹਿਬ ਸ਼ੌਕ ਨੇ, ਤੇ ਫਿਰ ਬੰਦਾ ਸ਼ੌਕ ਹੀ ਜੀਂਦਾ ਕਰਦਾ ਹੀ ਹੈ ਨਾ ਵੀ ਇਸ ਤਰ੍ਹਾਂ ਹੋਵੇ, ਇਸ ਤਰ੍ਹਾਂ ਨਜ਼ਾਕਤ ਹੋਵੇ, ਇਸ ਤਰ੍ਹਾਂ ਕਰੇ।